ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੇਸ਼ੈਂਟ ਡਿਟੈਕਟ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਦੋ ਪ੍ਰਕਾਰ ਦੇ ਪੇਸ਼ੈਂਟ ਹੁੰਦੇ ਨੇ। ਇੱਕ ਹੁੰਦੇ ਨੇ ਸਿੰਪਟੋਮੈਟਿਕ, ਇੱਕ ਹੁੰਦੇ ਨੇ ਏਸਿੰਪਟੋਮੈਟਿਕ। ਦੋਨਾਂ ਦੇ ਸਿੰਪਟਮਸ ਦੇ ਵਿੱਚ ਜੇਕਰ ਗੱਲ ਕਰੀਏ, ਦੋਨਾਂ ਦੇ ਸਿੰਪਟਮਸ ਬਹੁਤ ਅਲੱਗ-ਅਲੱਗ ਹੁੰਦੇ ਨੇ। ਦੋਨਾਂ ਦੀ ਟ੍ਰੀਟਮੈਂਟ ਕੀ ਨੇ, ਦੋਨਾਂ ਦਾ ਡਿਸਚਾਰਜ ਪਾਲਿਸੀਜ਼ ਕੀ ਨੇ, ਇਸ ਬਾਰੇ 'ਚ ਸਾਡਾ ਗੱਲ ਕਰਨ ਲਈ ਮੌਜੂਦ ਨੇ ਜਲੰਧਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰ ਕੌਰ ਚਾਵਲਾ। ਉਹ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਏਸਿੰਪਟੋਮੈਟਿਕਸ ਤੇ ਸਿੰਪਟੋਮੈਟਿਕਸ ਦੀ ਜਿਹੜੀ ਡਿਸਚਾਰਜ ਪਾਲਿਸੀਜ਼ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾ ਸਵਾਲ ਮੈਡਮ ਇਹੀ ਆਉਂਦਾ ਹੈ ਕਿ ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਨੇ, ਚਲੋ ਸਿੰਪਟੋਮੈਟਿਕਸ ਨੇ ਤਾਂ ਜਾਣਾ ਹੀ ਜਾਣਾ ਆਈਸੋਲੇਸ਼ਨ ਵਾਰਡ, ਬਟ ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਨੇ ਉਹਨਾਂ ਦੀ ਡਿਸਚਾਰਜ ਪਾਲਿਸੀਜ਼ ਦੇ ਵਿੱਚ ਕੀ ਅੰਤਰ ਹੈ ਸਿੰਪਟੋਮੈਟਿਕ ਪੇਸ਼ੈਂਟਸ ਦੇ ਨਾਲੋਂ? ਦੇਖੋ ਜੀ, ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਹੈਗੇ ਨੇ, ਉਹ ਜਿਹੜੀ ਪਹਿਲਾਂ ਜਿਹੜੀ ਡਿਸਚਾਰਜ ਪਾਲਿਸੀ ਸੀ ਉਹ ਸੀ ਕਿ ਜਦੋਂ ਪੇਸ਼ੈਂਟ ਅਸੀਂ ਐਡਮਿਟ ਕਰ ਲਿਆ ਤਾਂ ਅਸੀਂ ਉਹਨੂੰ ਉੱਥੇ ਘੱਟੋ ਘੱਟ ਜਿਹੜੇ 14 ਦਿਨ ਰੱਖਣਾ ਤੇ 14 ਦਿਨ ਤੋਂ ਬਾਅਦ ਅਸੀਂ ਉਹਦਾ ਦੁਬਾਰਾ ਟੈਸਟ ਲੈਣਾ। ਇੱਕ ਟੈਸਟ ਲੈ ਕੇ ਅਗਰ ਉਹ ਨੈਗੇਟਿਵ ਆਉਂਦਾ ਸੀ ਤਾਂ ਉਹਨੂੰ 24 ਆਵਰਸ ਬਾਅਦ ਸੈਕੰਡ ਸੈਂਪਲ ਜਾਂਦਾ ਸੀ। ਉਹਦੀ ਵੀ ਰਿਪੋਰਟ ਅਗਰ ਨੈਗੇਟਿਵ ਆ ਜਾਂਦੀ ਸੀ ਤਾਂ ਅਸੀਂ ਉਸ ਤੋਂ ਬਾਅਦ ਡਿਸਚਾਰਜ ਕਰ ਦਿੰਦੇ ਸੀਗੇ। ਹੁਣ ਜਿਹੜੀ ਲੇਟੈਸਟ ਪਾਲਿਸੀ ਆਈ ਹੈ, ਅਰਾਊਂਡ 10 ਕੁ ਦਿਨ ਪਹਿਲਾਂ ਆਈ ਹੈ, ਉਹਦੇ ਮੁਤਾਬਕ ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਕੋਈ ਸਿੰਪਟਮਸ ਨਹੀਂ ਹੈਗੇ, ਉਹਨਾਂ ਨੂੰ ਅਸੀਂ ਹਸਪੀਟਲ 'ਚ ਜਦੋਂ ਪੋਜ਼ੀਟਿਵ ਆ ਜਾਂਦੇ ਨੇ, ਹਸਪੀਟਲ 'ਚ ਅਸੀਂ ਐਡਮਿਟ ਕਰ ਲੈਂਦੇ ਹਾਂ ਤਾਂ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ ਸਿੰਪਟਮਸ ਵਾਚ ਕਰਨੇ ਆ। ਜੇ ਫॉर द ਲਾਸਟ 3 ਡੇਜ਼ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆ ਰਹੇ, ਕੋਈ ਫੀਵਰ ਨਹੀਂ ਆ ਰਿਹਾ ਜਾਂ ਕੋਈ ਬ੍ਰੈਥਲੈਸਨੈਸ ਨਹੀਂ ਹੋ ਰਹੀ, ਕੋਈ ਕਫ ਨਹੀਂ ਹੈਗਾ, ਤਾਂ ਅਸੀਂ ਉਹਨਾਂ ਨੂੰ ਜਿਹੜਾ ਡਿਸਚਾਰਜ ਕਰ ਸਕਦੇ ਹਾਂ। ਔਰ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਸ ਤੋਂ ਬਾਅਦ ਹੋਮ ਕੁਆਰੰਟਾਈਨ ਜਿਹੜੀ ਹੈ ਐਡਵਾਈਸ ਕਰਦੇ ਹਾਂ ਅਤੇ ਉਹ ਫਿਰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਫੋਲੋ ਅਪ ਕਰਦੀਆਂ। ਜਦੋਂ ਉਹਨਾਂ ਨੂੰ ਕੁਆਰੰਟੀਨ ਲਈ ਭੇਜਦੇ ਹਾਂ, ਜਦੋਂ ਡਿਸਚਾਰਜ ਕਰਦੇ ਹਾਂ ਤਾਂ ਇੱਕ ਉਹ ਅਸੀਂ ਉਹਨਾਂ ਦੇ ਫ਼ੋਨ ਦੇ ਉੱਤੇ ਕੋਵਾ ਐਪ ਜਿਹੜੀ ਹੈ ਉਹ ਡਾਊਨਲੋਡ ਕਰਾਉਂਦੇ ਹਾਂ ਤਾਂ ਕਿ ਉਹਨਾਂ ਦੀ ਲੋਕੇਸ਼ਨ ਜਿਹੜੀ ਹੈ ਉਹ ਪਤਾ ਲੱਗਦੀ ਰਹੇ। ਅਤੇ ਇੱਕ ਅਸੀਂ ਉਹਨਾਂ ਨੂੰ ਅੰਡਰਟੇਕਿੰਗ ਉਹਨਾਂ ਤੋਂ ਲੈਂਦੇ ਹਾਂ ਕਿ ਅਸੀਂ ਜਿੰਨੇ ਵੀ ਰੂਲਸ ਹੈਗੇ ਕੁਆਰੰਟੀਨ ਦੇ ਉਹ ਪੂਰੇ ਫੋਲੋ ਕਰਾਂਗੇ, ਉਹਨਾਂ ਨੂੰ ਅਸੀਂ ਬ੍ਰੇਕ ਨਹੀਂ ਕਰਾਂਗੇ ਅਤੇ ਜੇ ਕੋਈ ਅਸੀਂ ਬ੍ਰੇਕ ਕਰਦੇ ਹਾਂ ਤਾਂ ਸਾਡੀ ਇਹਦੇ ਐਪੀਡੈਮਿਕ ਦੇ ਅੰਡਰ ਜਿਹੜੀ ਵੀ ਸਜ਼ਾ ਹੈਗੀ ਹੈ ਅਸੀਂ ਉਹਨੂੰ ਭੁਗਤਾਂਗੇ ਔਰ ਉਹਦੇ ਵਾਸਤੇ ਅਸੀਂ ਤਿਆਰ ਰਹਾਂਗੇ। ਜੇਕਰ ਗੱਲ ਕੀਤੀ ਜਾਵੇ ਮੈਮ, ਜਿਹੜੇ ਸਿੰਪਟੋਮੈਟਿਕ ਪੇਸ਼ੈਂਟਸ ਨੇ ਜਾਂ ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਨੇ, ਇਹਨਾਂ ਦੇ ਟ੍ਰੀਟਮੈਂਟਸ ਜਿਹੜੇ ਨੇ, ਕਿ ਇਹਨਾਂ ਦੇ ਟ੍ਰੀਟਮੈਂਟਸ ਵੀ ਅਲੱਗ-ਅਲੱਗ ਨੇ ਕਿ ਇਹਨਾਂ ਦੇ ਟ੍ਰੀਟਮੈਂਟਸ ਦਾ ਜਿਹੜਾ ਪ੍ਰੋਸੀਜਰ ਆ ਉਹ ਲਗਭਗ ਸੇਮ ਹੈ? ਦੇਖੋ, ਜਦੋਂ ਇੱਕ ਪੇਸ਼ੈਂਟ ਏਸਿੰਪਟੋਮੈਟਿਕ ਹੈ ਉਹਦਾ ਮਤਲਬ ਕਿ ਉਹਨੂੰ ਕੋਈ ਸਿੰਪਟਮਸ ਨਹੀਂ ਹੈਗੇ, ਉਹਨੂੰ ਕੋਈ ਲੱਛਣ ਨਹੀਂ ਹੈਗੇ, ਇਸ ਕਰਕੇ ਉਹਦੇ ਵਾਸਤੇ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਪਰ ਇਹ ਹੈ ਕਿ ਅਸੀਂ ਉਹਨਾਂ ਨੂੰ ਬਾਕੀ ਜਿਹੜੀ ਸੁਸਾਇਟੀ ਤੋਂ ਸੈਗਰੀਗੇਟ ਕਰਕੇ ਰੱਖਣਾ, ਆਈਸੋਲੇਟ ਕਰਕੇ ਰੱਖਣਾ ਤਾਂ ਕਿ ਉਹ ਬਾਕੀਆਂ ਦੇ ਵਿੱਚ ਮਿਕਸਅਪ ਨਾ ਹੋਣ। ਸੋ ਦੇ ਹੈਵ ਟੂ ਬੀ ਕੈਪਟ ਇਨ ਹਸਪੀਟਲ। ਅਤੇ ਜੇਕਰ ਉਹਨਾਂ ਨੂੰ ਇਨ ਬਿਟਵੀਨ ਕੋਈ ਸਿੰਪਟਮ ਕਿਸੇ ਨੂੰ ਆ ਜਾਂਦਾ, ਮਾੜਾ ਮੋਟਾ ਕੋਈ ਬੁਖਾਰ ਆ ਜਾਂਦਾ ਜਾਂ ਕੁਛ, ਤਾਂ ਅਸੀਂ ਉਹਨੂੰ ਦਵਾਈ ਦੇ ਦਿੰਦੇ ਹਾਂ। ਅਤੇ ਜਿਹੜੇ ਸਿੰਪਟੋਮੈਟਿਕਸ ਹੈਗੇ ਨੇ ਉਹ ਡਿਪੈਂਡਿੰਗ ਅਪੋਨ ਕਿ ਉਹਦੇ ਸਿੰਪਟਮਸ ਕੀ ਹੈਗੇ ਨੇ। ਉਹਨੂੰ ਬੁਖਾਰ ਹੈ ਤਾਂ ਅਸੀਂ ਉਹਦੀ ਸਪੋਰਟਿਵ ਟ੍ਰੀਟਮੈਂਟ ਹੀ ਉਹਨਾਂ ਦੀ ਕਰਦੇ ਹਾਂ। ਉਹਨੂੰ ਅਸੀਂ ਬੁਖਾਰ ਦੀ ਦਵਾਈ ਦੇਵਾਂਗੇ, ਜੇ ਉਹਨੂੰ ਕਫ ਹੈਗੀ ਹੈ ਤਾਂ ਕਫ ਦੀ ਦਵਾਈ ਦੇਵਾਂਗੇ ਅਕੋਰਡਿੰਗ ਟੂ ਡਾਕਟਰਸ। ਜੇ ਉਹਨਾਂ ਨੇ ਜੋ ਆਪਣੇ ਰਜੀਮ ਡਾਕਟਰਸ ਨੇ ਫਿਕਸ ਕੀਤੇ ਹੈ, ਕਿਸੇ ਨੂੰ ਕੋਈ ਐਂਟੀਬਾਇਓਟਿਕ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਐਂਟੀਬਾਇਓਟਿਕ ਦੇਣਗੇ। ਜੇ ਉਹਨਾਂ ਨੂੰ ਕੋਈ ਸਾਹ ਲੈਣ ਦੇ ਵਿੱਚ ਡਿਫੀਕਲਟੀ ਆ ਰਹੀ ਹੈ ਤਾਂ ਉਹਨੂੰ ਆਕਸੀਜਨ ਲਗਾਈ ਜਾਂਦੀ ਹੈ। ਜੇ ਕੋਈ ਹੋਰ ਸੀਰੀਅਸ ਹੋ ਜਾਂਦਾ ਪੇਸ਼ੈਂਟ ਜਿਹਦੀ ਆਕਸੀਜਨ ਦੀ ਸੈਚੂਰੇਸ਼ਨ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨੂੰ ਸਾਨੂੰ ਸਮਟਾਈਮਸ ਜਿਹੜਾ ਹੈਗਾ ਵੈਂਟੀਲੇਟਰ 'ਤੇ ਵੀ ਪਾਉਣਾ ਪੈ ਸਕਦਾ ਜੀ। ਜੇਕਰ ਗੱਲ ਕੀਤੀ ਜਾਵੇ ਮੈਮ, ਫਿਰ ਉਹੀ ਆਉਂਦਾ ਕਿ ਏਸਿੰਪਟੋਮੈਟਿਕ ਤੇ ਸਿੰਪਟੋਮੈਟਿਕ ਜਿਹੜੇ ਪੇਸ਼ੈਂਟਸ ਨੇ, ਜਦੋਂ ਇਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਲਿਆਇਆ ਜਾਂਦਾ, ਇਹਨਾਂ ਦੇ ਜਿਹੜੇ ਵਾਰਡਸ ਨੇ ਉਹ ਅਲੱਗ-ਅਲੱਗ ਹੁੰਦੇ ਨੇ ਕਿ ਇਹਨਾਂ ਦਾ ਸਿਰਫ ਬੈਡਸ ਦੇ ਵਿੱਚ ਡਿਫਰੈਂਸਿਸ ਹੁੰਦੇ ਨੇ ਕਿ ਇਹ ਵੱਖ ਬੈੱਡ 'ਤੇ ਹੋਣਗੇ, ਵੱਖ ਬੈੱਡ 'ਤੇ ਹੋਣਗੇ? ਦੇਖੋ, ਇਹਨਾਂ ਨੂੰ ਹਸਪੀਟਲ 'ਚ ਜਦੋਂ ਐਡਮਿਟ ਕੀਤਾ ਜਾਂਦਾ, ਕਿਉਂਕਿ ਚਾਹੇ ਉਹ ਪੇਸ਼ੈਂਟ ਏਸਿੰਪਟੋਮੈਟਿਕ ਹੈਗਾ ਚਾਹੇ ਸਿੰਪਟੋਮੈਟਿਕ ਹੈਗਾ, ਹੈ ਤਾਂ ਉਹ ਪੋਜ਼ੀਟਿਵ, ਠੀਕ ਹੈ, ਫਿਰ ਵੀ ਸਾਡੀ ਟਰਾਈ ਹੁੰਦੀ ਹੈ ਕਿ ਜੇ ਸਾਡੇ ਕੋਲ ਅਲੱਗ ਵਾਰਡ ਹੈਗੇ ਆ ਤਾਂ ਅਸੀਂ ਜਿਹੜੇ ਏਸਿੰਪਟੋਮੈਟਿਕ ਪੇਸ਼ੈਂਟਸ ਹੈ ਉਹ ਅਲੱਗ ਰੱਖ ਲਈਏ ਅਤੇ ਸਿੰਪਟੋਮੈਟਿਕ ਅਲੱਗ ਰੱਖ ਲਈਏ, ਕਿਉਂਕਿ ਉਹਨਾਂ ਨੂੰ ਅਕਸਰ ਕਿਸੇ ਨੂੰ ਆਕਸੀਜਨ ਦੀ ਵੀ ਜ਼ਰੂਰਤ ਪੈ ਸਕਦੀ ਹੈ। ਹਾਲਾਂਕਿ ਅਰੇਂਜਮੈਂਟ ਜਿਹੜਾ ਹੈਗਾ ਏਸਿੰਪਟੋਮੈਟਿਕ ਵਾਰਡ ਦੇ ਵਿੱਚ ਵੀ ਆਕਸੀਜਨ ਦਾ ਪੂਰਾ ਇੰਤਜ਼ਾਮ ਹੁੰਦਾ ਅਤੇ ਬੀਇੰਗ ਸਿੰਪਟਮਸ ਕਈ ਵਾਰੀ ਦੂਸਰਾ ਪੇਸ਼ੈਂਟ ਦੇਖ ਕੇ ਘਬਰਾ ਜਾਂਦਾ ਹੈ ਕਿ ਇਹਨੂੰ ਇਸ ਤਰ੍ਹਾਂ ਹੋ ਰਿਹਾ, ਸ਼ਾਇਦ ਮੈਨੂੰ ਵੀ ਨਾ ਹੋ ਜਾਵੇ। ਕੋਸ਼ਿਸ਼ ਹੁੰਦੀ ਕਿ ਅਗਰ ਸਾਡੇ ਵਾਰਡ ਫ੍ਰੀ ਹੈਗੇ ਹੈ ਤਾਂ ਅਸੀਂ ਅਲੱਗ-ਅਲੱਗ ਵੀ ਉਹਨਾਂ ਨੂੰ ਪਾ ਲੈਂਦੇ ਹਾਂ, ਪਰ ਅਗਰ ਇਕੱਠਿਆਂ ਨੂੰ ਵੀ ਪਾਇਆ ਜਾਵੇ, ਪਰ ਇਹ ਹੈ ਕਿ ਜਿਹੜਾ ਡਿਸਟੈਂਸ ਉਹਨਾਂ ਦੇ ਵਿੱਚ ਹੈਗਾ, ਉਹਨਾਂ ਦੇ ਬੈਡਸ ਦੇ ਵਿੱਚ, ਉਹ ਘੱਟੋ ਘੱਟ 1-1.5 ਮੀਟਰ ਦਾ ਜਿਹੜਾ ਫਾਸਲਾ ਹੋਣਾ ਚਾਹੀਦਾ, ਉਹ ਅਸੀਂ ਮੇਨਟੇਨ ਕਰਦੇ ਹਾਂ। ਅਗਰ ਇਕੱਠੇ ਵੀ ਇੱਕ ਵਾਰਡ ਦੇ ਵਿੱਚ ਰੱਖਿਆ ਜਾਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਕਿਉਂਕਿ ਦੋਨੋਂ ਹੀ ਪੇਸ਼ੈਂਟਸ ਜਿਹੜੇ ਆ ਅਲਟੀਮੇਟਲੀ ਜਿਹੜੇ ਪੋਜ਼ੀਟਿਵ ਹੈਗੇ ਨੇ। ਸੋ ਇੱਕ ਦੂਜੇ ਤੋਂ ਆਪਾਂ ਕਹੀਏ ਕਿ ਇਨਫੈਕਸ਼ਨ ਕੋਈ ਲੈ ਲੈਣਗੇ, ਇਹੋ ਜਿਹਾ ਕੋਈ ਡਰ ਨਹੀਂ, ਆਲਰੇਡੀ ਇਨਫੈਕਟਡ ਹੈਗੇ। ਜੀ
ਜੇਕਰ ਗੱਲ ਕੀਤੀ ਜਾਵੇ ਮੈਮ, ਜਿਹੜੇ ਏਸਿਪਟੋਮੈਟਿਕ ਪੇਸ਼ੈਂਟਸ ਹੁੰਦੇ ਨੇ ਜਾਂ ਜਿਹੜੇ ਉਹ ਪੇਸ਼ੈਂਟਸ ਤੇ ਜੇਕਰ ਡਿਫਰੈਂਸ਼ੀਏਸ਼ਨ ਦੀ ਗੱਲ ਕਰੀਏ, ਦੋਨਾਂ ਦੇ ਸਿਪਟਮਸ ਵੀ ਅਲੱਗ-ਅਲੱਗ ਨੇ। ਪਰ ਕਈ ਵਾਰੀ ਕੀ ਦੇਖਿਆ ਜਾਂਦਾ ਕਿ ਜਿਹੜੇ ਏਸਿਪਟੋਮੈਟਿਕਸ ਨੇ ਉਹ ਘੱਟ ਟਾਈਮ ਦੇ ਵਿੱਚ ਹਸਪੀਟਲ ਤੋਂ ਬਾਹਰ ਆ ਜਾਂਦੇ ਨੇ, ਜੇ ਰੀਸੈਂਟ ਟਾਈਮ ਤੇ ਵੀ ਹੋਇਆ ਉਹਨਾਂ ਨੂੰ ਬਹੁਤ ਘੱਟ ਟਾਈਮ ਦੇ ਵਿੱਚ ਭੇਜਿਆ ਜਾਂਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਏਸਿਮਟੋਮੈਟਿਕ ਤੁਹਾਨੂੰ ਦੱਸਿਆ, ਉਹ ਕੋਈ ਅਲੱਗ ਕੈਟਾਗਰੀ ਨਹੀਂ ਹੈ। ਉਹ ਵੀ ਇਨਫੈਕਟਿਡ ਪੇਸ਼ੈਂਟਸ ਹੀ ਹੈਗੇ ਨੇ, ਪਰ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆ ਰਹੇ, ਉਹਨਾਂ ਦੀ ਬਾਡੀ ਦੇ ਵਿੱਚ ਕੋਈ ਲੱਛਣ ਨਹੀਂ ਨਜ਼ਰ ਆ ਰਹੇ ਬਿਮਾਰੀ ਦੇ, ਪਰ ਉਹ ਵੀ ਇਨਫੈਕਟਿਡ ਹੈਗੇ ਨੇ। ਸੋ ਕਿਉਂਕਿ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੈ, ਦੇ ਆਰ ਹੈਲਦੀ, ਉਹਨਾਂ ਦੀ ਆਪਣੀ ਇਮਿਊਨਿਟੀ ਅੱਛੀ ਹੁੰਦੀ ਹੈ ਬਾਡੀ ਦੀ, ਕਿ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆਉਂਦੇ, ਚਾਹੇ ਵਾਇਰਸ ਉਹਨਾਂ ਦੇ ਅੰਦਰ ਹੈਗਾ। ਸੋ ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਫॉर द ਲਾਸਟ 3 ਡੇਜ਼ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆ ਰਹੇ, ਉਹ ਬਿਲਕੁਲ ਹੈਲਦੀ ਹੈਗੇ ਨੇ, ਤਾਂ ਅਸੀਂ ਉਹਨਾਂ ਨੂੰ ਡਿਸਚਾਰਜ ਕਰ ਸਕਦੇ ਹਾਂ। ਤੇ ਜਿਹੜੇ ਸਿੰਪਟੋਮੈਟਿਕ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ ਘੱਟੋ ਘੱਟ 10 ਦਿਨ ਜ਼ਰੂਰ ਰੱਖਦੇ ਹਾਂ, ਔਰ ਲਾਸਟ 4 ਡੇਜ਼ ਅਸੀਂ ਵਾਚ ਕਰਨਾ ਹੁੰਦਾ ਹੈ ਕਿ ਇਹਨਾਂ ਨੂੰ ਕੋਈ ਬੁਖਾਰ ਜਾਂ ਕੋਈ ਸਾਹ ਲੈਣ 'ਚ ਦਿੱਕਤ ਤਾਂ ਨਹੀਂ ਆ ਰਹੀ। ਪਲੱਸ ਉਹਨਾਂ ਦੀ ਸੈਚੂਰੇਸ਼ਨ ਦੇਖੀ ਜਾਂਦੀ ਹੈ, ਆਕਸੀਜਨ ਸੈਚੂਰੇਸ਼ਨ, ਜੇ 95 ਤੋਂ ਡਾਊਨ ਜਾ ਰਹੀ ਹੈ ਤਾਂ ਅਸੀਂ ਉਹਨੂੰ ਹਸਪੀਟਲ 'ਚ ਰੱਖਾਂਗੇ, ਜੇ 95 ਤੋਂ ਉੱਤੇ ਮੇਨਟੇਨਡ ਰਹਿ ਰਹੀ ਹੈ ਔਰ ਬਾਕੀ ਕੋਈ ਬੁਖਾਰ ਨਹੀਂ ਆ ਰਿਹਾ, ਕੋਈ ਕਫ ਨਹੀਂ ਹੋ ਰਹੀ, ਕੋਈ ਬ੍ਰੈਥਲੈਸਨੈਸ ਨਹੀਂ ਹੋ ਰਹੀ, ਤਾਂ ਅਸੀਂ ਉਹਨੂੰ 10 ਦਿਨ ਤੋਂ ਬਾਅਦ ਫਿਰ ਜਿਹੜਾ ਡਿਸਚਾਰਜ ਕਰ ਦਿੰਦੇ ਹਾਂ ਵਿਦ ਕੁਆਰੰਟੀਨ, ਜਿਹੜੀਆਂ ਇੰਸਟਰਕਸ਼ਨਸ ਹੈਗੀਆਂ, ਗਾਈਡਲਾਈਨਸ। ਮੈਮ, ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਜਿਹੜੇ ਆਪਣੇ ਏਸਿਪਟੋਮੈਟਿਕ ਪੇਸ਼ੈਂਟਸ ਨੇ, ਉਹਨਾਂ 'ਚ ਸਿਪਟੋਮੈਟਿਕ ਹੋਣ ਦੇ ਵਿੱਚ ਕੋਈ ਇੱਦਾਂ ਦੇ ਚਾਂਸਿਸ ਆਏ ਨੇ ਕਿ ਸਿਪਟੋਮੈਟਿਕ ਹੋ ਗਏ ਤੇ ਉਹਨਾਂ ਨੂੰ, ਜੇ ਗੱਲ ਕਰੀਏ ਤੇ ਸਿਪਟੋਮੈਟਿਕ ਹੋਣ ਦੇ ਵਿੱਚ ਲਗਭਗ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਦੇਖੋ, ਇਹਦੇ ਵਿੱਚ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਬਿਮਾਰੀ ਨੇ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਕਿਸ ਤਰ੍ਹਾਂ ਨਹੀਂ ਕਰਨਾ, ਨੋਬਡੀ ਨੋਜ਼। ਉਹਦੇ ਵਾਇਰਲ ਲੋਡ ਤੇ ਡਿਪੈਂਡ ਕਰਦਾ ਹੈ, ਉਹਦੀ ਇਮਿਊਨਿਟੀ ਤੇ ਡਿਪੈਂਡ ਕਰਦਾ ਹੈ ਕਿ ਉਹਦੀ ਬਾਡੀ ਦੀ ਇਮਿਊਨਿਟੀ ਕਿੰਨੀ ਸਟਰੋਂਗ ਹੈਗੀ ਹੈ, ਜਾਂ ਉਹਦੇ ਅੰਦਰ ਵਾਇਰਸ ਦਾ ਲੋਡ ਕਿੰਨਾ ਹੈਗਾ। ਹੋ ਸਕਦਾ ਉਹ ਥਰੂ ਆਊਟ ਹੀ ਏਸਿਮਟੋਮੈਟਿਕ ਰਵੇ, ਕਿਉਂਕਿ ਮੈਜੋਰਿਟੀ ਅਸੀਂ ਜੋ ਸਾਡੀ ਆਬਜ਼ਰਵੇਸ਼ਨ ਹੈ ਹਾਲੇ ਤੱਕ ਜਿੰਨੇ ਵੀ ਸਾਡੇ ਕੋਲ ਪੇਸ਼ੈਂਟਸ ਆਏ ਨੇ, ਮੈਜੋਰਿਟੀ ਆਈ ਕੈਨ ਸੇ ਕਿ 99% ਆਲਮੋਸਟ ਉਹ ਏਸਿਮਟੋਮੈਟਿਕ ਆਏ ਨੇ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਸਿੰਪਟਮਸ ਜੇ ਡਿਵੈਲਪ ਹੋਣਗੇ ਤਾਂ 1 ਦਿਨ ਬਾਅਦ ਹੋਣਗੇ ਜਾਂ 2 ਦਿਨ ਬਾਅਦ ਜਾਂ 6 ਦਿਨ ਬਾਅਦ, ਪਰ ਚਾਂਸਸ ਇਹੀ ਹੁੰਦੇ ਆ ਕਿ ਜੇ ਉਹਨੂੰ 3-4 ਦਿਨ 5 ਦਿਨ ਕੋਈ ਸਿੰਪਟਮਸ ਨਹੀਂ ਆ ਰਹੇ ਤਾਂ ਉਹਨੂੰ ਅੱਗੋਂ ਵੀ ਨਹੀਂ ਆਣਗੇ। ਸੋ ਇਹਦੇ 'ਚ ਕੋਈ ਗਾਰੰਟੀ ਨਹੀਂ ਦੇ ਸਕਦੇ। ਹੋ ਸਕਦਾ ਅੱਜ ਅਸੀਂ ਏਸਿਮਟੋਮੈਟਿਕ ਉਹਨੂੰ ਐਡਮਿਟ ਕੀਤਾ ਪੇਸ਼ੈਂਟ ਨੂੰ, ਸਾਨੂੰ ਪਤਾ ਹੈ ਪੋਜ਼ਿਟਿਵ, ਹੋ ਸਕਦਾ ਉਹਨੂੰ ਅਗਲੇ ਦਿਨ ਸਿੰਪਟਮਸ ਆ ਜਾਣ, ਤੇ ਹੋ ਸਕਦਾ ਉਹਨੂੰ ਆਉਣ ਵਾਲੇ 3 ਦਿਨ 'ਚ ਜਾਂ 4 ਦਿਨ 'ਚ ਵੀ ਕੋਈ ਸਿੰਪਟਮਸ ਨਾ ਆਉਣ, ਅਤੇ ਉਸ ਤੋਂ ਬਾਅਦ ਫਿਰ ਸਾਨੂੰ ਹੁੰਦਾ ਕਿ ਇਹ ਪੇਸ਼ੈਂਟ ਦੇ ਚਾਂਸਸ ਨਹੀਂ ਹੈ ਸਿੰਪਟੋਮੈਟਿਕ ਹੋਣ ਦੇ, ਤਾਂ ਅਸੀਂ ਉਹਨੂੰ ਕਿਉਰਡ ਇੱਕ ਤਰ੍ਹਾਂ ਜਾਂ ਰਿਕਵਰਡ ਕੰਸੀਡਰ ਕਰ ਲੈਂਦੇ ਹਾਂ, ਅਤੇ ਅਸੀਂ ਉਹਨੂੰ ਡਿਸਚਾਰਜ ਕਰ ਦਿੰਦੇ ਹਾਂ। ਪਰ ਕਿਉਂਕਿ ਇਨਫੈਕਟੀਵਿਟੀ ਇਹਦੀ ਜਿਹੜੀ ਹੈਗੀ ਹੈ, ਵਾਇਰਸ ਇੰਨਾ ਮਤਲਬ ਡੇਂਜਰਸ ਹੈਗਾ, ਤਾਂ ਅਸੀਂ ਸਟਿਲ ਜਿਹੜਾ 1 ਹਫ਼ਤਾ ਉਹਨੂੰ ਹੋਮ ਆਈਸੋਲੇਸ਼ਨ ਮੀਨਸ ਕਿ ਉਹਨੇ ਘਰ ਦੇ ਵਿੱਚ ਵੀ ਜਾ ਕੇ ਵੱਖਰੇ ਕਮਰੇ ਦੇ ਵਿੱਚ ਰਹਿਣਾ, ਬਾਕੀ ਫੈਮਿਲੀ ਦੇ ਨਾਲ ਮਿਕਸਅਪ ਨਹੀਂ ਹੋਣਾ, ਕਿਸੇ ਨੇ ਮਤਲਬ ਉਹਦੇ ਕਮਰੇ ਦੇ ਵਿੱਚ ਨਹੀਂ ਜਾਣਾ, ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖਣਾ। ਜਿਸ ਤਰ੍ਹਾਂ ਉਹ ਹਸਪਤਾਲ ਦੇ ਵਿੱਚ ਰਹਿ ਰਿਹਾ ਸੀ ਉਸੇ ਤਰ੍ਹਾਂ ਉਹਨੇ ਘਰ ਦੇ ਵਿੱਚ ਰਹਿਣਾ, ਔਰ ਇਹ ਸਾਰਿਆਂ ਨੂੰ ਅਸੀਂ ਸਮਝਾ ਕੇ ਭੇਜੀ ਦਾ, ਉਹਨਾਂ ਦੀ ਕਾਉਂਸਲਿੰਗ ਕਰਕੇ ਭੇਜੀ ਦੀ ਹੈ, ਪਲੱਸ ਅੰਡਰਟੇਕਿੰਗ ਲਈ ਦੀ ਹੈ ਕਿ ਜੇ ਇਹ ਕੋਈ ਰੂਲਸ ਤੋੜੇਗਾ ਤਾਂ ਉਹਨੂੰ ਸਜ਼ਾ ਵੀ ਹੋ ਸਕਦੀ ਹੈ, ਉਹਦੇ 'ਤੇ ਐਕਸ਼ਨ ਹੋ ਸਕਦਾ ਹੈ। ਅਤੇ ਪਲੱਸ ਅਸੀਂ ਜਿਹੜੀ ਉਹ ਕੋਵਾ ਐਪ ਜਿਹੜੀ ਉਹਦੀ ਡਾਊਨਲੋਡ ਕਰਾ ਕੇ ਭੇਜਦੇ ਹਾਂ, ਤਾਂ ਕਿ ਉਹ ਘਰੋਂ ਬਾਹਰ ਨਿਕਲ ਕੇ ਇੱਧਰ ਉੱਧਰ ਨਾ ਤੁਰਿਆ ਫਿਰੇ, ਅਤੇ ਉਹ ਸਾਨੂੰ ਜਿਹੜੀ ਪੁਲਿਸ ਨੂੰ ਉਹਨਾਂ ਦੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ। ਜੇ ਕੋਈ ਬਰੀਚ ਕਰਦਾ ਤਾਂ ਉਹਨੂੰ ਜਿਹੜਾ ਫੜ ਕੇ ਜਿਹੜੀ ਹੈ ਸਜ਼ਾ ਦਿੱਤੀ ਜਾ ਸਕਦੀ ਹੈ। ਜੇਕਰ ਤੁਸੀਂ ਗੱਲ ਕੀਤੀ ਡਾਕਟਰ ਸਾਹਿਬ, ਜਿਹੜੇ ਪੇਸ਼ੈਂਟ ਤੁਸੀਂ ਘਰ ਭੇਜ ਦਿੰਦੇ ਹੋ ਉਹਨਾਂ ਨੂੰ ਤੁਸੀਂ ਕੋਵਾ ਐਪ ਡਾਊਨਲੋਡ ਕਰਾਉਂਦੇ ਹੋ ਤਾਂ ਕਿ ਉਹਨਾਂ ਦੀ ਲੋਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ, ਜਾਂ ਫਿਰ ਹੋਰ ਜਿਹੜੀਆਂ ਉਹਨਾਂ ਕੋਲ ਅੰਡਰਟੇਕਿੰਗਸ ਤੁਸੀਂ ਸਾਈਨ ਕਰਾਉਂਦੇ ਹੋ ਜਾਂ ਹੋਰ ਵੀ ਚੀਜ਼ਾਂ ਤੁਸੀਂ ਸਾਈਨ ਕਰਾਉਂਦੇ ਹੋ। ਜੇਕਰ ਆਪਾਂ ਗੱਲ ਕਰੀਏ ਮੈਮ, ਜਿਹੜੇ ਲੋਕ ਇਸ ਵੇਲੇ ਕਈ ਵਾਰੀ ਕੀ ਹੁੰਦਾ, ਆਪਣੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਲੋਕ ਨੇ, ਕਿ ਉਹਨਾਂ ਨੂੰ ਪ੍ਰੈਕਟੀਕਲੀ ਜਾ ਕੇ ਵੀ ਘਰ ਜਾ ਕੇ ਚੈੱਕ ਕਰਦੇ ਨੇ, ਕਿ ਸਿਰਫ ਉਹਨਾਂ ਨੂੰ ਸਿਰਫ ਇਹੀ ਅੰਡਰਟੇਕਿੰਗਸ ਲੈ ਕੇ ਜਾਂ ਫਿਰ ਕੋਆ ਐਪ ਡਾਊਨਲੋਡ ਕਰਵਾ ਕੇ ਹੀ ਭੇਜ ਦਿੱਤਾ ਜਾਂਦਾ, ਕਿ ਹੈਲਥ ਡਿਪਾਰਟਮੈਂਟ ਦੀ ਟੀਮ ਉਹਨਾਂ ਦੇ ਘਰ ਕਦੀ ਜਾ ਕੇ ਵਿਜ਼ਿਟ ਕਰਕੇ ਦੇਖਦੀ ਹੈ? ਹਾਂਜੀ, ਜਿੱਥੇ ਸਾਡੇ ਕੇਸਿਸ ਪੋਜ਼ਿਟਿਵ ਆਉਂਦੇ ਨੇ, ਜਦੋਂ ਅਸੀਂ ਉਹਨਾਂ ਨੂੰ ਡਿਸਚਾਰਜ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਸਰਵੇ ਟੀਮਸ ਹੁੰਦੀਆਂ, ਉਸ ਏਰੀਆ ਦੇ ਵਿੱਚ ਕੰਟੀਨਿਊਸਲੀ ਜਿਹੜਾ ਸਰਵੇ ਚੱਲਦਾ ਰਹਿੰਦਾ, ਔਰ ਉਹ ਉਹਨਾਂ ਨੂੰ ਵਿਜ਼ਿਟ ਕਰਦੀਆਂ ਨੇ, ਜਾ ਕੇ ਚੈੱਕ ਕਰਦੀਆਂ ਨੇ ਕਿ ਕੋਈ ਸਿੰਪਟਮਸ ਤਾਂ ਨਹੀਂ ਡਿਵੈਲਪ ਹੋ ਰਹੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕਿ ਨਾਲੇ ਉਹ ਘਰ ਦੇ ਵਿੱਚ ਹੀ ਰਹਿ ਰਿਹਾ, ਬਾਹਰ ਤਾਂ ਨਹੀਂ ਜਾ ਰਿਹਾ। ਪਰ ਇਹ ਹੈ ਕਿ ਜੇ ਅਸੀਂ 24 ਘੰਟੇ ਕਹੀਏ ਕਿ ਹੈਲਥ ਟੀਮ ਉਹਨਾਂ 'ਤੇ ਨਜ਼ਰ ਰੱਖੇ, ਉਹ ਪੋਸੀਬਲ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਕੋਵਾ ਐਪ ਜਿਹੜੀ ਹੈ ਡਾਊਨਲੋਡ ਕਰਾਈ ਜਾਂਦੀ ਹੈ, ਸਮਝਾਇਆ ਵੀ ਜਾਂਦਾ ਹੈ, ਕਾਉਂਸਲਿੰਗ ਵੀ ਕੀਤੀ ਜਾਂਦੀ ਹੈ, ਪੁਲਿਸ ਵੀ ਜਿੰਨੀ ਕੋਸ਼ਿਸ਼ ਕਰ ਸਕਦੇ ਉਹਨਾਂ 'ਤੇ ਨਜ਼ਰ ਰੱਖਦੇ ਆ। ਪਰ ਇਹ ਜਿਹੜੇ ਸਾਡੇ ਕਹਿ ਲਓ ਸਿਟੀਜ਼ਨਸ ਹੈਗੇ ਨੇ, ਨਾਗਰਿਕ ਹੈਗੇ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਸਮਝਾ ਕੇ ਭੇਜਿਆ ਗਿਆ ਤਾਂ ਉਹ ਪਲੀਜ਼ ਆਪਣੇ ਘਰ ਦੇ ਵਿੱਚ ਹੀ ਰਹਿਣ, ਇਹਦੀ ਉਲੰਘਣਾ ਨਾ ਕਰਨ, ਇਹਨੂੰ ਕੈਜੂਅਲੀ ਨਾ ਲੈਣ ਕਿ ਮੈਂ ਤਾਂ ਠੀਕ ਹਾਂ, ਮੈਨੂੰ ਕੋਈ ਸਿੰਪਟਮਸ ਨਹੀਂ ਹੈਗੇ ਅਤੇ ਮੈਂ ਬਾਹਰ ਕਿਉਂ ਨਹੀਂ ਨਿਕਲ ਸਕਦਾ। ਉਹਦੇ ਨਾਲ ਇਹ ਕੀ ਹੁੰਦਾ ਕਿ ਉਹ ਜੇ ਬਾਹਰ ਨਿਕਲੇਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ
ਕਿ ਇਹਨੂੰ ਇਨਫੈਕਸ਼ਨ ਹੈਗੀ ਹੈ, ਕਿਉਂਕਿ ਉਹ ਏਸਿਮਟੋਮੈਟਿਕ ਹੋਏਗਾ, ਉਹਨੂੰ ਕੋਈ ਲੱਛਣ ਨਹੀਂ, ਉਹਨੂੰ ਬੁਖਾਰ ਨਹੀਂ ਆ ਰਿਹਾ, ਉਹਨੂੰ ਖਾਂਸੀ ਨਹੀਂ ਹੋ ਰਹੀ, ਕਿਸੇ ਨੂੰ ਅੰਦਾਜ਼ਾ ਨਹੀਂ ਲੱਗ ਸਕਦਾ, ਪਰ ਉਹ ਕੈਰੀਅਰ ਸਟੇਜ ਦੇ ਵਿੱਚ ਹੋ ਸਕਦਾ। ਇਸ ਕਰਕੇ ਉਹਨਾਂ ਨੂੰ ਐਡਵਾਈਸ ਕਰੀਦਾ ਕਿ ਤੁਸੀਂ ਜਿਹੜਾ ਹਫ਼ਤਾ ਆਪਣੇ ਘਰੋਂ ਨਹੀਂ ਨਿਕਲਣਾ, ਹੋਮ ਦੇ ਵਿੱਚ ਹੀ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖਣਾ। ਜੇਕਰ ਗੱਲ ਕਰੀਏ ਜਿਹੜੇ ਪੇਸ਼ੈਂਟਸ ਆਪਾਂ ਡਿਸਚਾਰਜ ਕਰ ਚੁੱਕੇ ਹੋਏ ਡਾਕਟਰ ਸਾਹਿਬ, ਜਿਹੜੇ ਵੀ ਪੇਸ਼ੈਂਟ ਘਰ ਜਾ ਚੁੱਕੇ ਹੋਏ ਨੇ, ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਜਿਹੜੇ ਕਰੋਨਾ ਪੇਸ਼ੈਂਟਸ ਕਿਉਰ ਹੋ ਚੁੱਕੇ ਨੇ, ਜਿਹੜੇ ਠੀਕ ਹੋ ਕੇ ਘਰ ਜਾ ਚੁੱਕੇ ਨੇ, ਉਹਨਾਂ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਚਾਂਸਸ ਹੁੰਦੇ ਨੇ ਕਿ ਉਹ ਵਾਇਰਸ ਜਿਹੜਾ ਉਹ ਦੁਬਾਰਾ ਤੋਂ ਪਨਪ ਜਾਵੇ ਤੇ ਪੇਸ਼ੈਂਟ ਨੂੰ ਦੁਬਾਰਾ ਤੋਂ ਸਿਪਟਮ ਜਾਂ ਏਸਿਪਟੋਮੈਟਿਕ ਪੇਸ਼ੈਂਟ ਵੀ ਹੋਏਗਾ, ਉਹਦੇ ਚ ਕਰੋਨਾ ਪੋਜ਼ਿਟਿਵ ਉਹ ਹੋ ਜਾਂਦਾ। ਕਿ ਇਦਾਂ ਦੇ ਕੇਸਿਸ ਜਲੰਧਰ ਦੇ ਵਿੱਚ ਸਾਹਮਣੇ ਆਏ ਨੇ ਹਾਲੇ ਤੱਕ? ਦੇਖੋ, ਜਿਹੜਾ ਹੈਗਾ ਇਸੇ ਕਰਕੇ ਹੀ ਅਸੀਂ ਇਹ ਜਿਹੜੀ ਪ੍ਰੀਕਾਸ਼ਨ ਲੈਂਦੇ ਹਾਂ ਕਿ ਉਹਨਾਂ ਨੂੰ ਘਰ ਦੇ ਵਿੱਚ ਵੀ ਜਾ ਕੇ ਜਿਹੜਾ ਹਫਤਾ ਆਈਸੋਲੇਟ ਰਹਿਣਾ, ਕਿਉਂਕਿ देयर कैन बी चांसेस, ਕਿਉਂਕਿ ਸਾਨੂੰ ਇਹ ਜਿਹੜਾ ਤੁਹਾਨੂੰ ਦੱਸਿਆ ਕਿ ਵਾਇਰਸ ਬਿਲਕੁਲ ਨਵਾਂ ਹੈਗਾ, ਇਹ ਕਿਸ ਤਰ੍ਹਾਂ ਮਤਲਬ ਬਿਹੇਵ ਕਰਦਾ ਹੈ, ਹਾਲੇ ਵੀ ਕਹਿ ਲਓ ਕਿ ਇਹਦੇ ਤੇ ਡੇ ਬਾਏ ਡੇ ਰਿਸਰਚ ਚੱਲੀ ਜਾ ਰਹੀ ਹੈ। ਜਿਸ ਤਰ੍ਹਾਂ ਰਿਸਰਚ ਹੁੰਦੀ ਹੈ ਉਸੇ ਤਰ੍ਹਾਂ ਨਵੀਆਂ ਗਵਰਨਮੈਂਟ ਦੀਆਂ ਸਾਨੂੰ ਗਾਈਡਲਾਈਨਸ ਆਉਂਦੀਆਂ ਤੇ ਅਸੀਂ ਫੋਲੋ ਕਰਦੇ ਜਾਂਦੇ ਹਾਂ। ਇਟ ਮੀਨਸ ਕੋਈ ਨਾ ਕੋਈ ਚਾਂਸ ਹੁੰਦਾ ਕਿ ਉਹ ਸ਼ਾਇਦ ਹਾਲੇ ਵੀ ਇਨਫੈਕਟਿਵ ਹੋਵੇ ਬੰਦਾ, ਤੇ ਉਹਨੂੰ ਕੱਲ੍ਹ ਨੂੰ ਕੋਈ ਸਿੰਪਟਮ ਡਿਵੈਲਪ ਹੋ ਜਾਣ, ਜਾਂ ਉਹ ਅਗਰ ਹਾਲੇ ਵੀ ਕੈਰੀਅਰ ਹੈਗਾ, ਉਹਨੂੰ ਹੋ ਸਕਦਾ ਆਪ ਨੂੰ ਸਿੰਪਟਮਸ ਨਾ ਡਿਵੈਲਪ ਹੋਣ, ਪਰ ਉਹ ਆਪਣੇ ਘਰਦਿਆਂ ਨੂੰ ਇਨਫੈਕਸ਼ਨ ਦੇ ਸਕਦਾ। ਇਸ ਕਰਕੇ ਅਸੀਂ ਇਹ ਪ੍ਰੀਕਾਸ਼ਨ ਦਿੰਦੇ ਹਾਂ, ਕਿਉਂਕਿ ਇਹਦਾ ਜਿਹੜਾ ਇਨਕਿਊਬੇਸ਼ਨ ਪੀਰੀਅਡ ਹੁੰਦਾ ਹੈ ਇਸ ਬਿਮਾਰੀ ਦਾ ਜਾਂ ਇਸ ਵਾਇਰਸ ਦਾ, ਉਹ 2 ਦਿਨ ਤੋਂ ਲੈ ਕੇ 14 ਦਿਨ ਤੱਕ ਹੁੰਦਾ। 14 ਦਿਨ ਤੱਕ ਉਹ ਬੰਦਾ ਕਦੀ ਵੀ ਉਹਨੂੰ ਸਿੰਪਟਮਸ ਆ ਸਕਦੇ ਨੇ, ਤੇ ਇਸ ਕਰਕੇ ਹੀ ਇਹ ਪ੍ਰੀਕਾਸ਼ਨ ਲਈ ਜਾਂਦੀ ਹੈ ਕਿ ਅਗਰ ਅਸੀਂ ਉਹਨਾਂ ਨੂੰ ਡਿਸਚਾਰਜ ਵੀ ਕਰ ਦਿੰਦੇ ਹਾਂ ਤਾਂ ਘਰ ਵੀ ਜਾ ਕੇ ਉਹਨਾਂ ਨੇ ਹੋਮ ਕੁਆਰੰਟਾਈਨ ਰਹਿਣਾ। ਜੇਕਰ ਗੱਲ ਕੀਤੀ ਜਾਵੇ ਮੈਡਮ ਜਲੰਧਰ ਦੀ, ਇਸ ਵੇਲੇ ਜਲੰਧਰ ਦੇ ਵਿੱਚ ਕਿੰਨੇ ਟੋਟਲ ਪੇਸ਼ੈਂਟ ਹੋ ਚੁੱਕੇ ਹੋਏ ਨੇ ਤੇ ਐਟ ਪ੍ਰੈਜ਼ੈਂਟ ਐਕਟਿਵ ਪੇਸ਼ੈਂਟਸ ਜਿਹੜੇ ਨੇ ਉਹ ਕਿੰਨੇ ਨੇ? ਦੇਖੋ, ਇਸ ਵੇਲੇ ਸਾਡੇ ਜਿਹੜੇ ਟੋਟਲ ਜਲੰਧਰ ਦੇ ਅਸੀਂ ਲੈ ਕੇ ਅਗਰ ਚੱਲਦੇ ਹਾਂ ਤਾਂ 247 ਪੇਸ਼ੈਂਟ ਸਾਡੇ ਜਿਹੜੇ ਹੈ ਉਹ ਪੋਜ਼ਿਟਿਵ ਨੇ, ਤੇ ਕੱਲ੍ਹ ਦੀ ਜੋ ਮੇਰੀ ਲਾਸਟ ਅੱਜ ਦੀ ਹਾਲੇ ਮੈਨੂੰ ਰਿਪੋਰਟਿੰਗ ਜਿਹੜੀ ਆਣੀ ਹੈ ਉਹਦੇ 'ਚ 16 ਹੈਗੇ ਸੀਗੇ ਜਿਹੜੇ ਐਕਟਿਵ ਹੈਗੇ ਆ, ਜਿਹੜੇ ਹਾਲੇ ਵੀ ਹਸਪੀਟਲ ਦੇ ਵਿੱਚ ਐਡਮਿਟ ਹੈਗੇ ਨੇ, ਤੇ ਕੁਝ ਸਸਪੈਕਟਡ ਕੇਸਿਸ ਜਿਹੜੇ ਹੈ ਐਡਮਿਟਡ ਹੈ, ਜਿਨ੍ਹਾਂ ਦੀ ਕਿਸੇ ਦੀ ਰਿਪੋਰਟ ਪੈਂਡਿੰਗ ਹੈ, ਜਾਂ ਜਿਹੜੇ ਸਿੰਪਟੋਮੈਟਿਕ ਸੀਗੇ ਔਰ ਉਹ ਹਾਲੇ ਉਹਨਾਂ ਦੇ ਸਿੰਪਟਮਸ ਨਹੀਂ ਕਲੀਅਰ ਹੋਏ, ਜਿਨ੍ਹਾਂ ਨੂੰ ਅਸੀਂ ਡਿਸਚਾਰਜ ਨਹੀਂ ਕੀਤਾ, ਪਰ ਮੈਜੋਰਟੀ ਜਿਹੜੇ ਹੈਗੇ ਨੇ ਉਹ ਏਸਿਮਟੋਮੈਟਿਕ ਹੀ ਹੈਗੇ ਨੇ। ਹਾਂਜੀ, ਜਾਂ ਕੋਈ ਕਿਸੇ ਹੋਰ ਬਿਮਾਰੀ ਦਾ ਇੱਕ ਸਾਰੀ ਅਸੀਂ ਕਹਿੰਦੇ ਆ, ਜਾਂ ILI ਹੈਗੇ, ਉਹਦੇ 'ਚ ਕਈ ਵਾਰੀ ਸਿੰਪਟਮਸ ਹੁੰਦੇ ਤਾਂ ਸਾਨੂੰ ਜ਼ਿਆਦਾ ਦੇਰ ਤੱਕ ਵੀ ਜਿਹੜਾ ਹਸਪੀਟਲ ਦੇ ਵਿੱਚ ਪੇਸ਼ੈਂਟ ਨੂੰ ਰੱਖਣਾ ਪੈਂਦਾ ਜਦ ਤੱਕ ਉਹਦੇ ਸਿੰਪਟਮਸ ਕਲੀਅਰ ਨਹੀਂ ਹੋ ਜਾਂਦੇ। ਕਈ ਨੈਗੇਟਿਵ ਵੀ ਆਉਂਦੇ ਨੇ, ਜੇ ਅਸੀਂ ਸਸਪੈਕਟਡ ਕਰਕੇ ਉਹਨਾਂ ਨੂੰ ਦਾਖਲ ਕਰ ਲਿਆ, ਪਰ ਜਦੋਂ ਅਸੀਂ ਉਹਨਾਂ ਦਾ ਟੈਸਟ ਕਰਵਾਉਂਦੇ ਹਾਂ ਤਾਂ ਉਹ ਨੈਗੇਟਿਵ ਆ ਜਾਂਦਾ, ਪਰ ਕਿਉਂਕਿ ਉਹਦੇ ਸਿੰਪਟਮ ਹਾਲੇ ਡਿਸਅਪੀਅਰ ਨਹੀਂ ਹੋਏ, ਹੋ ਸਕਦਾ ਉਹ ਸਿੰਪਲ ਫਲੂ ਦੇ ਹੀ ਹੋਣ, ਤਾਂ ਅਸੀਂ ਉਹਨੂੰ ਸੈਪਰੇਟ ਰੱਖ ਕੇ ਉਹਦਾ ਪੂਰਾ ਇਲਾਜ ਕਰਕੇ ਜਦ ਤੱਕ ਉਹਦੇ ਸਿੰਪਟਮਸ ਠੀਕ ਨਹੀਂ ਹੁੰਦੇ ਉਨੀ ਦੇਰ ਅਸੀਂ ਡਿਸਚਾਰਜ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਗੁਰਿੰਦਰ ਚਾਵਲਾ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕੋਵਿਡ ਪੋਜ਼ਿਟਿਵ ਪੇਸ਼ੈਂਟਸ ਇੱਥੇ ਆਉਂਦੇ ਨੇ, ਉਹ ਇਹਨਾਂ ਦਾ ਆਈਸੋਲੇਸ਼ਨ ਵਾਰਡ 'ਚ ਆਉਂਦੇ ਨੇ, ਕਿਸ ਤਰੀਕੇ ਨਾਲ ਉਹਨੂੰ ਰੱਖਿਆ ਜਾਂਦਾ। ਖਾਸ ਕਰਕੇ ਜਿਹੜੇ ਏਸਿਪਟੋਮੈਟਿਕ ਪੇਸ਼ੈਂਟਸ ਨੇ ਉਹਨਾਂ ਦੇ ਡਿਸਚਾਰਜ ਪਾਲਿਸੀਜ਼ ਜਿਹੜੀਆਂ ਉਹਨਾਂ ਨੇ ਪ੍ਰੋਪਰਲੀ ਡਿਸਕ੍ਰਾਈਬ ਕੀਤੀਆਂ ਨੇ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਇਦ ਨੂਰੁੱਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।